ਲੁਧਿਆਣਾ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਮਨਵਿੰਦਰ ਸਿੰਘ। ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਅਧਿਆਪਕਾਂ ਨਾਲ ਹੋਈ ਮੀਟਿੰਗ। ਸਿੱਖਿਆ ਢਾਂਚੇ 'ਚ ਹੋਰ ਸੁਧਾਰ ਸੰਬੰਧੀ ਕੀਤੀ ਗਈ ਚਰਚਾ। ਅਧਿਆਪਕਾਂ ਤੋਂ ਸਿੱਖਿਆ ਢਾਂਚੇ ਵਿੱਚ ਸੁਧਾਰ ਕਰਨ ਲਈ ਮੰਗੇ ਗਏ ਸੁਝਾਅ। ਮੋਹਾਲੀ ਬਲਾਸਟ ਤੋਂ ਬਾਅਦ ਹਾਈ ਅਲਰਟ ਤੇ ਹੈ ਲੁਧਿਆਣਾ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵਧਾਈ ਗਈ ਹੈ ਸੁਰੱਖਿਆ। ਰੇਲਵੇ ਸਟੇਸ਼ਨ, ਬੱਸ ਸਟੈਂਡ ਸਣੇ ਜਨਤਕ ਥਾਵਾਂ ਦੀ ਕੀਤੀ ਜਾ ਰਹੀ ਹੈ ਚੈਕਿੰਗ। ਦਵਾਈਆਂ ਦੇ ਦੁਕਾਨ ਤੇ ਹੋਈ ਲੱਖਾਂ ਦੀ ਚੋਰੀ। ਚੌੜਾ ਬਾਜ਼ਾਰ ਨਜ਼ਦੀਕ ਪਿੰਡੀਵਾਲੀ ਦਾ ਹੈ ਮਾਮਲਾ। ਦੁਕਾਨ ਦੇ ਕਰਮਚਾਰੀ ਨੇ ਹੀ ਨਕਲੀ ਚਾਬੀ ਬਣਾ ਘਟਨਾ ਨੂੰ ਦਿੱਤਾ ਅੰਜਾਮ। ਲੁਧਿਆਣਾ ਦੇ ਨੂਰਵਾਲਾ ਰੋਡ ਇਲਾਕੇ ਦੇ ਲੋਕ ਟੁੱਟੀ ਸੜਕਾਂ ਤੋਂ ਨੇ ਪਰੇਸ਼ਾਨ। ਲੋਕਾਂ ਨੇ ਦਾਨ ਪਾਤਰ ਰੱਖ ਕੀਤਾ ਅਨੋਖਾ ਪ੍ਰਦਰਸ਼ਨ। ਕਿਹਾ ਸਰਕਾਰ ਨਹੀਂ ਦੇ ਰਹੀ ਧਿਆਨ, ਖੁਦ ਫੰਡ ਇਕੱਠੇ ਕਰ ਬਣਾਵਣਗੇ ਸੜਕ। ਫ੍ਰੀ ਬਰਡ ਕਲੱਬ ਵੱਲੋਂ ਮਨਾਇਆ ਗਿਆ ਮਾਂ ਦਿਵਸ। ਸਮਾਗਮ 'ਚ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ। ਮਾਵਾਂ ਨੂੰ ਸਮਰਪਿਤ ਖੇਡਿਆ ਗਿਆ ਨਾਟਕ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਲੁਧਿਆਣਾ ਵਿਖੇ ਪਹੁੰਚੇ, ਜਿੱਥੇ ਉਹਨਾਂ ਵੱਲੋਂ ਸੂਬੇ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਅਤੇ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਉਹਨਾਂ ਸਕੂਲ ਮੁਖੀਆਂ ਤੇ ਸਿੱਖਿਆ ਅਧਿਕਾਰੀਆਂ ਨਾਲ ਪੰਜਾਬ ਦੇ ਮੁੱਖ ਢਾਂਚੇ ਨੂੰ ਸੁਧਾਰਨ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਹੋਰ ਕਿਹੜੀਆਂ ਗੱਲਾਂ ਤੇ ਚਰਚਾ ਕੀਤੀ ਗਈ, ਪੇਸ਼ ਹੈ ਇਸ ਸੰਬੰਧੀ ਇੱਕ ਖਾਸ ਰਿਪੋਰਟ। ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿਖੇ ਗਏ, ਜਿੱਥੇ ਉਹ ਦਿੱਲੀ ਦੇ ਸਿੱਖਿਆ ਮਾਡਲ ਦੀ ਜਾਣਕਾਰੀ ਹਾਸਲ ਕਰਕੇ ਆਏ। ਅੱਜ ਇਸ ਬਾਬਤ ਹੀ ਉਹ ਚਰਚਾ ਕਰਨ ਲਈ ਲੁਧਿਆਣਾ ਵਿਖੇ ਪਹੁੰਚੇ, ਜਿੱਥੇ ਉਹਨਾਂ ਦਿੱਲੀ ਦੇ ਸਿੱਖਿਆ ਮਾਡਲ ਬਾਰੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਸਕੂਲਾਂ ਦੇ ਮੁਖੀਆਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਤੁਹਾਡੀ ਕਾਬਲੀਅਤ 'ਚ ਕੋਈ ਕਮੀ ਨਹੀਂ ਹੈ, ਪਰ ਇੰਫਰਾਸਟ੍ਰਕਚਰ ਕਾਰਨ ਤੁਹਾਨੂੰ ਉਹ ਮਾਹੌਲ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਪੰਜਾਬ ਦੇ ਸਕੂਲ ਮੁਖੀਆਂ ਨੂੰ ਦਿੱਲੀ ਸਕੂਲਾਂ ਦੇ ਦੌਰੇ ਤੇ ਲਿਜਾਇਆ ਜਾਵੇਗਾ। ਇਸ ਦੇ ਨਾਲ ਹੀ ਅਧਿਆਪਕਾਂ ਨੂੰ ਸਰਕਾਰ ਦੇ ਖਰਚੇ ਤੇ ਵਰਲਡ ਕਲਾਸ ਟ੍ਰੇਨਿੰਗ ਵੀ ਮੁਹੱਈਆ ਕਰਵਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਪੰਜਾਬ ਦੇ ਸਕੂਲ ਮੁਖੀਆਂ ਨੂੰ ਫਿਨਲੈਂਡ, ਸਿੰਗਾਪੁਰ, ਆਕਸਫੋਰਡ ਆਦਿ ਵਿੱਚ ਸਰਕਾਰ ਆਪਣੇ ਖਰਚੇ ਤੇ ਪ੍ਰੋਫੈਸ਼ਨਲ ਟ੍ਰੇਨਿੰਗ ਦਿਵਾ ਕੇ ਲਿਆਵੇਗੀ। ਆਪਾਂ ਇਹ ਸਿਸਟਮ ਬਦਲਣਾ, ਤੁਸੀਂ ਬਦਲ ਸਕਦੇ ਹੋ, ਈਜ਼ੀਲੀ ਬਦਲ ਸਕਦੇ ਹੋ, ਕਿਉਂਕਿ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਐਜੂਕੇਸ਼ਨ ਮਿਨਿਸਟਰ ਸਾਹਿਬ ਕਹਿ ਰਹੇ ਸੀ, ਇਹ ਤੋਂ ਪਹਿਲਾਂ ਕਿਸੇ ਨੇ ਦੇਖਿਆ ਹੀ ਨਹੀਂ ਤੁਹਾਡੇ ਵੱਲੋਂ। ਬਸ ਤੁਹਾਡੇ ਵਿਰੁੱਧ ਹੀ ਬੋਲੇ ਨੇ, ਲੋਕਾਂ ਨੂੰ ਵੀ ਵਿਰੁੱਧ ਕਰਤਾ, ਪਰਸੈਪਸ਼ਨਾਂ ਬਣਾਤੀਆਂ ਕਿ ਇਹ ਨਹੀਂ ਪੜਾਉਂਦੇ। ਜਦੋਂ ਤੁਹਾਡੇ ਕੋਲੇ ਬੱਚੇ ਹੀ ਹੈ ਨਹੀਂ, ਤੁਹਾਡੇ ਕੋਲੇ ਇਨਫਰਾਸਟ੍ਰਕਚਰ ਹੈ ਨਹੀਂ, ਕਿਵੇਂ ਪੜਾਓਗੇ ਫਿਰ? ਬਰਾਬਰ ਸ਼ੀਸ਼ਿਆਂ ਵਾਲੇ ਸਕੂਲ ਨੇ, ਏਸੀ ਲੱਗੇ ਹੋਏ ਨੇ, ਉਹ ਇਹ ਥੋੜੀ ਦਿਖਾਉਂਦੇ ਆ ਪ੍ਰਾਈਵੇਟ ਵਾਲੇ ਕਿ ਅਸੀਂ ਕਿਵੇਂ ਪੜਾਉਂਦੇ ਆ। ਉਹ ਤਾਂ ਕਹਿੰਦੇ ਆ ਏਸੀ ਹੈ ਜੀ, ਆ ਇੱਥੇ ਸਾਡਾ ਦਫ਼ਤਰ ਹੈ, ਉਹ ਬਿਲਡਿੰਗ ਦਿਖਾ ਕੇ ਦਾਖਲੇ ਲੈਂਦੇ ਹੋ। ਕੱਲੇ ਦਿੱਲੀ ਨਹੀਂ, ਤੁਹਾਡੇ ਬੈਚਸ ਨੂੰ ਜਿਵੇਂ ਦਿੱਲੀ ਸਰਕਾਰ ਕਰਦੀ ਹੈ, ਪੰਜਾਬ ਸਰਕਾਰ ਵੱਲੋਂ ਸ਼ੁਰੂ ਕਰਾਂਗੇ ਆਉਣ ਵਾਲੇ 2-4 ਮਹੀਨਿਆਂ 'ਚ ਹੀ। ਪ੍ਰਿੰਸੀਪਲਸ, ਵਾਈਸ ਪ੍ਰਿੰਸੀਪਲ, ਹੈਡ ਮਾਸਟਰਾਂ ਦੇ 70-70, 80-80, 100-100 ਦੇ ਬੈਚਸ ਨੂੰ ਸਵਿਟਜ਼ਰਲੈਂਡ, ਫਿਨਲੈਂਡ ਨਾਲ ਸਿੰਗਾਪੁਰ ਪਲੱਸ ਆਕਸਫੋਰਡ ਯੂਨੀਵਰਸਿਟੀ, ਹੇਵਰਡ, ਹਿਊਸਟਨ 'ਚ ਸਰਕਾਰ ਆਪਦੇ ਖਰਚੇ ਤੇ ਪ੍ਰੋਫੈਸ਼ਨਲ ਟ੍ਰੇਨਿੰਗ ਦਵਾ ਕੇ ਲਿਆਊਗੀ ਤੁਹਾਨੂੰ, ਤਾਂ ਕਿ ਤੁਸੀਂ ਆਪਣੇ ਕੋਲੀਗਸ ਨੂੰ ਕਰੋ। ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ 'ਚ ਆਤਮ ਵਿਸ਼ਵਾਸ ਪੈਦਾ ਕਰਨਾ ਬੇहद ਜ਼ਰੂਰੀ ਹੈ। ਉਹਨਾਂ ਕਿਹਾ ਕਿ ਅੱਜ ਦੀ ਤਾਰੀਖ 'ਚ 80-90% ਦੀ ਨੰਬਰਾਂ ਨੂੰ ਨੰਬਰ ਨਹੀਂ ਸਮਝਿਆ ਜਾ ਰਿਹਾ। ਉਹਨਾਂ ਕਿਹਾ ਕਿ ਬੱਚਿਆਂ 'ਚ ਇਹ ਪਰਸੈਂਟੇਜ ਦਾ ਚੱਕਰ ਕੱਢ ਕੇ ਉਹਨਾਂ 'ਚ ਵਿਸ਼ਵਾਸ ਪੈਦਾ ਕਰਨਾ ਜ਼ਰੂਰੀ ਹੈ। ਭਗਵੰਤ ਮਾਨ ਨੇ ਸਕੂਲ ਮੁਖੀਆਂ ਤੋਂ ਪੁੱਛਿਆ ਕਿ ਬੱਚਿਆਂ ਦੀ ਪੜ੍ਹਾਈ ਦੇ ਆਧਾਰ ਲਈ
ਕੀ ਕੀਤਾ ਜਾ ਸਕਦਾ ਹੈ, ਉਸ ਬਾਰੇ ਉਹਨਾਂ ਨੂੰ ਸੁਝਾਅ ਦੇਣ। ਉਹਨਾਂ ਕਿਹਾ ਕਿ ਇਸ ਸਿਸਟਮ ਨੂੰ ਬਦਲਣਾ ਹੈ। ਉਹਨਾਂ ਕਿਹਾ ਕਿ ਬੱਚਿਆਂ ਦੇ ਭਵਿੱਖ ਲਈ ਸਰਕਾਰ ਕੋਲ ਪੈਸੇ ਘੱਟ ਨਹੀਂ ਨੇ। ਉਹਨਾਂ ਨੇ ਸਕੂਲ ਮੁਖੀਆਂ ਨੂੰ ਕਿਹਾ ਕਿ ਸਕੂਲਾਂ ਦੇ ਮਾਲਕ ਤੁਸੀਂ ਹੋ ਅਤੇ ਸਕੂਲਾਂ ਦੀਆਂ ਸਮੱਸਿਆਵਾਂ ਵੀ ਤੁਸੀਂ ਹੀ ਹੱਲ ਕਰ ਸਕਦੇ ਹੋ। ਫਾਸਟਵੇ ਨਿਊਜ਼ ਲਈ ਲੁਧਿਆਣਾ ਤੋਂ ਤਰਸੀਮ ਭਾਰਤਵਾਜ ਦੀ ਰਿਪੋਰਟ। ਸਾਹਨੇਵਾਲ ਦੇ ਪਿੰਡ ਮੰਡ ਚੌਂਤਾ ਵਿਖੇ 60 ਏਕੜ ਸਰਕਾਰੀ ਜ਼ਮੀਨ ਨਜਾਇਜ਼ ਕਬਜ਼ੇ ਤੋਂ ਮੁਕਤ ਕਰਵਾਈ ਗਈ ਹੈ, ਜਿੱਥੇ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੌਕੇ ਤੇ ਪਹੁੰਚੇ। ਇਸ ਮੌਕੇ ਉਹਨਾਂ ਦੱਸਿਆ ਕਿ ਸਾਹਨੇਵਾਲ ਸਬ ਡਿਵੀਜ਼ਨ ਦੇ ਪਿੰਡ ਮੰਡ ਚੌਂਤਾ ਦੀ 60 ਏਕੜ 4 ਕਨਾਲ 11 ਮਰਲੇ ਜ਼ਮੀਨ ਤੋਂ ਨਜਾਇਜ਼ ਕਬਜ਼ੇ ਤੋਂ ਛੁਡਵਾਈ ਗਈ ਹੈ। ਇਸ ਮੌਕੇ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਲੁਧਿਆਣੇ ਵਿੱਚ ਹੁਣ ਤੱਕ ਕੁੱਲ 112 ਏਕੜ ਸਰਕਾਰੀ ਜ਼ਮੀਨ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਗਿਆ। ਅੱਜ ਇੱਥੇ ਜ਼ਮੀਨ ਦਾ ਕਬਜ਼ਾ ਜਿਹੜਾ ਕਰੀਬ 60 ਕਿੱਲੇ ਸਾਡੇ ਅਫਸਰਾਂ ਨੇ ਮਤਲਬ ਛਡਾਇਆ। ਅਸੀਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਪੰਜਾਬ ਦੇ ਅੰਦਰ ਜਿਹੜੀਆਂ ਲੋਕਾਂ ਨੇ ਪੰਚਾਇਤੀ ਜ਼ਮੀਨਾਂ ਤੇ ਸਰਕਾਰੀ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕੀਤੇ ਹੈ, ਉਹਦੇ ਛੁਡਾਉਣ ਦੀ ਇੱਕ ਮੁਹਿੰਮ ਜਿਹੜੀ ਆ ਉਹ ਜਾਰੀ ਕੀਤੀ ਹੈ, ਸ਼ੁਰੂ ਕੀਤੀ ਹੈ। ਔਰ ਉਹਨੂੰ ਬਹੁਤ ਵਧੀਆ ਰਿਸਪੌਂਸ ਜਿਹੜਾ ਪੰਜਾਬ ਦੇ ਵਿੱਚ ਮਿਲ ਰਿਹਾ। ਔਰ ਖੁਸ਼ੀ ਦੀ ਗੱਲ ਇਹ ਹੈ ਕਿ ਲੋਕ ਆਪ ਮੁਹਾਰੇ ਮਤਲਬ ਜਿਹੜਾ ਉਹ ਸਾਨੂੰ ਕਾਲਾਂ ਕਰ ਰਹੇ ਆ ਕਿ ਅਸੀਂ ਜ਼ਮੀਨਾਂ ਛੱਡਣ ਲਈ ਤਿਆਰ ਆ। ਕਈਆਂ ਨੇ ਮਤਲਬ ਜਿਹਨਾਂ ਨੂੰ ਸਮਝ ਨਹੀਂ ਸੀ ਉਹਨਾਂ ਨੇ ਆਪਣੇ ਘਰ ਵਗੈਰਾ ਵਿੱਚ ਬਣਾ ਲਏ। ਔਰ ਲੋਕਾਂ ਨੇ ਕਿਹਾ ਕਿ ਅਸੀਂ ਘਰਾਂ ਦੇ ਪੈਸੇ ਤਾਰਨ ਲਈ ਤਿਆਰ ਹਾਂ। ਸੋ ਬਹੁਤ ਵਧੀਆ ਇਹ ਹੰਗਾਰਾ ਮਿਲ ਰਿਹਾ, ਕਿਉਂਕਿ ਇਹ ਅਰਬਾਂ ਰੁਪਈਆਂ ਦੀ ਪ੍ਰਾਪਰਟੀ ਹੈ। ਅਰਬਾਂ ਰੁਪਈਆਂ ਦੀ ਆਮਦਨ ਜਿਹੜੀ ਹੈ ਉਹ ਸਰਕਾਰ ਦੀ ਰੁਕੀ ਪਈ ਹੈ। ਸਮਰਾਲਾ ਦੇ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੇ ਨਾਲ ਹੀ ਅਕਾਲੀ ਵਰਕਰਾਂ ਵੱਲੋਂ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ ਇੱਕ ਹਫ਼ਤੇ ਅੰਦਰ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾਂਦੀ ਤਾਂ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ। ਉੱਥੇ ਡੀਐਸਪੀ ਸਮਰਾਲਾ ਵੱਲੋਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ। ਉਹ ਦੇਣ ਆਏ ਸੀਗੇ ਜੀ ਵੀ ਮਾੜਾ ਮੋਟਾ ਸਾਨੂੰ ਦੱਸੋ ਜੀ ਕੀ ਕਾਰਵਾਈ ਹੋ ਰਹੀ ਆ। ਹਾਂਜੀ ਤੇ ਕਾਰਵਾਈ ਜਿਹੜੇ ਪਿੰਡ ਦਲਪੁਰੇ ਪਿੰਡ ਜੀ ਰਾਤ ਨੂੰ ਫਾਇਰਿੰਗ ਕਰਕੇ ਗਏ ਸੀਗੇ, ਉਹਦੀ ਚੱਕਰ 'ਚ ਦੇਣ ਆਏ ਅੱਜ ਡਿਪਟੀ ਸਾਹਿਬ ਨੂੰ। ਕਿੰਨੇ ਦਿਨ ਹੋਏ ਜੀ ਫਾਇਰਿੰਗ ਹੋਈ ਨੂੰ? ਹੋ ਗਏ ਜੀ 14-15 ਦਿਨ ਹੋ ਗਏ। ਤੇ ਕੋਈ ਕਾਰਵਾਈ ਹਜੇ ਤੱਕ ਪੁਲਿਸ ਨੇ ਕੀਤੀ? ਕਾਰਵਾਈ ਲੱਗੇ ਹੋਏ ਨੇ ਜੀ, ਉਹਨਾਂ ਨੇ ਅੱਜ ਵੀ ਫਿਰ ਵਿਸ਼ਵਾਸ ਦਿੱਤਾ ਵੀ ਨੇੜੇ ਹੀ ਅਸੀਂ ਛੇਤੀ ਕੋਈ ਅਪਡੇਟ ਦੇਵਾਂਗੇ ਤੁਹਾਨੂੰ ਕੀ ਲੱਗਦਾ ਕਿਸੇ ਬੰਦੇ ਤੇ ਕੋਈ ਸ਼ੱਕ ਵਗੈਰਾ ਤੁਸੀਂ ਦੱਸਿਆ ਪੁਲਿਸ ਨੂੰ ਕੁਝ? ਉਹ ਦਿਖਾਇਆ ਸੀ ਕਿ ਪੁਲਿਸ ਲੱਗੀ ਹੋਈ ਹੈ, ਵੈਰੀਫਾਈ ਕਰ ਰਹੀ ਹੈ। ਦੇਖੋ, ਅੱਜ ਤੋਂ ਕੁਝ ਸਮਾਂ ਪਹਿਲਾਂ 2 ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਉੱਤੇ ਗੋਲੀਆਂ ਚੱਲੀਆਂ ਸੀਗੀਆਂ। ਰਾਤ ਦੇ ਇਸ ਟਾਈਮ ਘਰ ਦੇ ਉੱਪਰ ਗੋਲੀਆਂ ਚੱਲੀਆਂ ਨੇ। ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਇਸ ਟਾਈਮ ਪੰਜਾਬ ਦਾ ਬੁਰਾ ਹਾਲ ਹੋ ਚੁੱਕਿਆ। ਕੱਲ੍ਹ ਵੀ ਜਿਹੜਾ ਆਈਬੀ ਦੇ ਦਫ਼ਤਰ ਤੇ ਮੇਨ ਇੰਟੈਲੀਜੈਂਸ ਦੇ ਦਫ਼ਤਰ ਤੇ ਜੇ ਵਾਰ ਹੋ ਜਾਵੇ ਤਾਂ ਤੁਸੀਂ ਦੱਸ ਸਕਦੇ ਹੋ ਵੀ ਸੂਬੇ ਦੀ ਇਸ ਟਾਈਮ ਜਿਹੜੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਆ ਕਿੰਨੀ ਬਦਤਰ ਹੋ ਚੁੱਕੀ ਆ। ਤੇ ਜੋ ਸਾਨੂੰ ਸ਼ੰਕਾ ਸੀ ਵੀ ਜਿਹੜੇ ਸਾਡੇ ਵਰਕਰ ਟਾਰਗੇਟ ਕੀਤੇ ਗਏ ਨੇ, ਅਸੀਂ ਇਸ ਲਈ ਆਏ ਸੀ ਵੀ ਉਹਦੇ ਬਾਰੇ ਪ੍ਰਸ਼ਾਸਨ ਸਾਨੂੰ ਦੱਸੇ ਵੀ ਇਹ ਕੇਵਲ ਕੋਈ ਦਹਿਸ਼ਤਗਰਦਾਂ ਦੇ ਜਾਂ ਕੋਈ ਹੋਰ ਰਿਲੇਸ਼ਨ ਨੇ ਜਾਂ ਫਿਰ ਇਹ ਪਾਰਟਿਕੂਲਰਲੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਕਿਉਂਕਿ ਉਸ ਲਈ ਅਸੀਂ ਸਾਰੀ ਜਥੇਬੰਦੀ ਉੱਤੇ ਇਕੱਠੇ ਹੋ ਕੇ ਆਏ ਸੀਗੇ। ਇਹ ਪਹਿਲਾਂ ਮੈਂ ਇਹਨਾਂ ਨਾਲ ਇਨ ਟੱਚ ਵੀ ਹਾਂ ਤੇ ਅੱਜ ਅਸੀਂ ਇਹਨਾਂ ਨੂੰ ਇੱਕ ਹਫ਼ਤੇ ਦਾ ਟਾਈਮ ਦੇ ਕੇ ਚੱਲੇ ਹਾਂ ਵੀ ਹਫ਼ਤੇ ਦੇ ਅੰਦਰ ਅੰਦਰ ਕਿਸੇ ਨਾ ਕਿਸੇ ਨਤੀਜੇ ਤੇ ਜਾਂਚਾਂ ਪਹੁੰਚਣ, ਕਿਉਂਕਿ ਸਮਾਂ ਬਹੁਤ ਲੱਗ ਰਿਹਾ। ਉਸ ਟਾਈਮ ਸਾਡੇ ਜਿਹੜੇ ਵਰਕਰਾਂ ਦੇ ਵਿੱਚ ਇੱਕ ਜ਼ਰੂਰ ਡਰ ਦਾ ਮਾਹੌਲ ਬਣਦਾ ਵੀ ਜਦੋਂ ਕਿਸੇ ਦੇ ਘਰੇ ਸੁੱਤੇ ਪਏ ਤੇ ਬਿਨਾਂ ਵਜ੍ਹਾ ਤੇ ਗੋਲੀਆਂ ਚਲਾ ਜਾਵੇ ਤਾਂ ਕਿਤੇ ਨਾ ਕਿਤੇ ਇਹਦੇ ਵਿੱਚ ਜੋ ਪ੍ਰਸ਼ਾਸਨ ਦੀ ਢਿੱਲ ਆ, ਉਸ ਲਈ ਅਸੀਂ ਕਹਿ ਕੇ ਚੱਲੇ ਵੀ ਜੇ ਹਫ਼ਤੇ ਦੇ ਅੰਦਰ ਅੰਦਰ ਇਹਨਾਂ ਨੇ ਕਾਰਵਾਈ ਨਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਸਮਰਾਲਾ ਸ਼ਹਿਰ ਦੇ ਵਿੱਚ ਧਰਨਾ ਵੀ ਲਾਊਗਾ। ਅੱਜ ਸਰਦਾਰ ਪਰਮਜੀਤ ਸਿੰਘ ਢਿੱਲੋਂ ਜਿਹੜੇ ਇੱਥੇ ਸਮਰਾਲੇ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੈਂਡੀਡੇਟ ਨੇ, ਹਲਕਾ ਇੰਚਾਰਜ ਨੇ, ਉਹਨਾਂ ਵੱਲੋਂ ਆਪਣੇ ਨਾਲ ਡੈਲੀਗੇਟਸ ਲਿਆ ਕੇ ਇਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਜੋ ਪਿਛਲੇ ਕੁਝ ਸਮੇਂ ਦੌਰਾਨ FIR ਨੰਬਰ 61 ਤੇ 72 ਨੰਬਰ FIR ਦਰਜ ਹੋਈਆਂ ਸੀ। ਵੱਖ-ਵੱਖ 61 ਨੰਬਰ ਪਰਮਿੰਦਰ ਸਿੰਘ ਦੇ ਬਿਆਨ ਤੇ ਦਰਜ ਹੋਈ ਸੀ, ਉਹਦੇ ਘਰ ਤੇ ਕਿਸੇ ਅਨਨੋਨ ਬੰਦਿਆਂ ਨੇ ਫਾਇਰ ਕੀਤਾ ਸੀ। ਉਸ ਤੋਂ ਬਾਅਦ 72 ਨੰਬਰ FIR ਜਿਹੜੀ ਸੰਦੀਪ ਸਿੰਘ ਦੇ ਨਾਂ ਦੇ ਵਿਅਕਤੀ ਨੂੰ ਦਰਜ ਕਰਾਇਆ ਗਿਆ ਸੀਗਾ। ਇਹ ਸਾਡੇ ਜਲਪੁਰਾ ਪਿੰਡ ਦਾ ਰਹਿਣ ਵਾਲਾ, ਇਹਦੇ ਵੀ ਘਰ ਦੇ ਉੱਤੇ ਰਾਤ ਨੂੰ ਉਸ ਦਿਨ ਫਾਇਰਿੰਗ ਕੀਤੀ ਸੀ, ਜਿਹਦੇ ਗੇਟ ਤੇ ਫਾਇਰ ਲੱਗੇ ਸੀਗੇ। ਇਸ ਸੰਬੰਧੀ ਦੋਨਾਂ ਦੇ ਵਿੱਚ ਅਸੀਂ FIR ਦਰਜ ਕੀਤੀ ਗਈ ਹੈ। ਅਸੀਂ ਜਿਹੜੇ CCTV ਫੋਟੋਜ਼ ਵੀ ਲੈ ਰਹੇ ਹਾਂ, ਪਲੱਸ ਟੈਕਨੀਕਲ ਬੇਸ ਦੇ ਉੱਤੇ ਵੀ ਅਸੀਂ ਇਨਵੈਸਟੀਗੇਸ਼ਨ ਦੇਖ ਰਹੇ ਹਾਂ। ਮੋਹਾਲੀ ਵਿੱਚ ਸਥਿਤ ਸਟੇਟ ਇੰਟੈਲੀਜੈਂਸ ਹੈੱਡਕੁਆਰਟਰ ਤੇ 9 ਮਈ ਦੀ ਰਾਤ ਧਮਾਕੇ ਦੀ ਖਬਰ ਤੋਂ ਬਾਅਦ ਲੁਧਿਆਣਾ 'ਚ ਵੀ ਪੁਲਿਸ ਕਮਿਸ਼ਨਰ ਦਫ਼ਤਰ ਦੀ ਚੌਕਸੀ ਵਧਾ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਦਫ਼ਤਰ 'ਚ ਹਰ ਆਉਣ ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ। ਲੁਧਿਆਣਾ ਪੁਲਿਸ ਕਮਿਸ਼ਨਰ ਨੇ ਮੀਡੀਆ ਦੇ ਨਾਲ ਹੋਏ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ
ਪੰਜਾਬ ਪੁਲਿਸ ਵੱਲੋਂ ਪਹਿਲਾਂ ਹੀ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ। ਹੁਣ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੀ ਸੁਰੱਖਿਆ ਨੂੰ ਵੀ ਹੋਰ ਵਧਾ ਦਿੱਤਾ ਗਿਆ ਹੈ, ਕਿਉਂਕਿ ਲਗਾਤਾਰ ਜਿਸ ਪ੍ਰਕਾਰ ਨਾਲ ਵਿਸਫੋਟਕ ਦਾ ਮਿਲਣਾ ਜਾਰੀ ਹੈ ਉਹ ਇੱਕ ਗੰਭੀਰ ਵਿਸ਼ਾ ਹੈ ਅਤੇ ਇਸ ਨੂੰ ਹਲਕੇ 'ਚ ਹੀ ਨਹੀਂ ਲਿਆ ਜਾ ਸਕਦਾ। ਇਸ ਲਈ ਜਿੱਥੇ ਕਿਤੇ ਵੀ ਕਿਸੇ ਨੂੰ ਕੋਈ ਸ਼ੱਕੀ ਚੀਜ਼ ਦਿਖਦੀ ਹੈ ਤਾਂ ਉਸ ਦੀ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ। ਅਲਰਟ ਜਿਹੜਾ ਹੈ ਪੰਜਾਬ ਪੁਲਿਸ ਪਹਿਲੇ ਹੋਇਆ ਸੀ ਔਰ ਸਰਪ੍ਰਾਈਜ਼ ਐਲੀਮੈਂਟ ਜਿਹੜਾ ਹੁੰਦਾ ਹੈ ਨਾ, ਉਹ ਜੋ ਵੀ ਕਿਸੇ ਕਿਸਮ ਦੇ ਵੀ ਐਂਟੀ ਨੈਸ਼ਨਲ ਐਲੀਮੈਂਟ ਹੈ ਇਹਨਾਂ ਕੋਲ ਹੁੰਦਾ ਹੈ। ਔਰ ਅਸੀਂ ਪਹਿਲੇ ਵੀ ਜਿਹੜਾ ਹੈ ਕੋਸ਼ਿਸ਼ ਇਹੀ ਰਹੀ ਹੈ ਕਿ ਜਲਦ ਤੋਂ ਜਲਦ ਇਹੋ ਜਿਹੇ ਕੇਸਿਸ ਨੂੰ ਅਸੀਂ ਅਨਰਥ ਕਰੀਏ ਔਰ ਜਿਹੜੀ ਕੋਈ ਅਗਰ ਲੱਗਦੀ ਹੈ ਸਾਨੂੰ ਥ੍ਰੈਟ ਉਸ ਹਿਸਾਬ ਨਾਲ ਅਸੀਂ ਜਿਹੜਾ ਹੈ ਇਹਨੂੰ ਲਗਾਤਾਰ ਚੇਂਜ ਕਰ ਰਹੇ ਹਾਂ। ਹੁਣ ਵੀ ਮੈਂ ਰੇਲਵੇ ਸਟੇਸ਼ਨ ਦੀ ਪੂਰੀ ਆਪ ਚੈਕਿੰਗ ਕਰਕੇ ਔਰ ਮੀਟਿੰਗ ਕਰਕੇ ਜੀਆਰਪੀ ਦੇ ਜਿਹੜੇ ਡੀਐਸਪੀ ਸਾਹਿਬ ਹੈ, ਉਹਨਾਂ ਦੇ ਇੰਸਪੈਕਟਰ ਹੈ, ਆਰਪੀਐਫ ਦੇ ਸਟੇਸ਼ਨ ਡਾਇਰੈਕਟਰ ਹੈ, ਇਹਨਾਂ ਸਾਰਿਆਂ ਨਾਲ ਕਰਕੇ ਆਇਆ ਤੇ ਹਦਾਇਤਾਂ ਕੀਤੀਆਂ ਕਿ ਪੂਰੀ ਚੌਕਸੀ ਰੱਖੀ ਜਾਵੇ। ਪੁਲਿਸ ਦੀ ਜਿਹੜੀ ਬਿਲਡਿੰਗਸ ਹੈ, ਕੋਈ ਔਰ ਵੀ ਲੱਗਦਾ ਸਾਨੂੰ ਅਦਾਰੇ ਹੈ, ਭਲੇ ਭਾਰਤੀ ਸਰਕਾਰ ਦੇ ਹੋਣ, ਸੈਨਾ ਦੇ ਹੋਣ, ਪੈਰਾਮਿਲਟਰੀ ਦੇ, ਅਸੀਂ ਉਹਨਾਂ ਸਾਰਿਆਂ ਦੇ ਵਿੱਚ ਪਹਿਲੇ ਹੀ ਅਲਰਟ ਕੀਤਾ ਸੀ ਇਸ ਤਰੀਕੇ ਦੀ ਘਟਨਾ ਦੀ ਜਿਹੜੀ ਇਨਪੁਟ ਹੋਣ ਕਰਕੇ। ਔਰ ਅਸੀਂ ਹੁਣ ਕੋਸ਼ਿਸ਼ ਇਹ ਹੋਵੇਗੀ ਕਿ ਔਰ ਵੀ ਆਪਣੀ ਜਿਹੜੀ ਹੈ ਮੁਸਤੈਦੀ ਨਾਲ ਪਬਲਿਕ ਪਲੇਸਿਸ ਦੇ ਵਿੱਚ ਆਪਣੀ ਪ੍ਰੈਜ਼ੈਂਸ ਵਧਾਈਏ ਔਰ ਲੋਕਾਂ ਤੋਂ ਅਸੀਂ ਅਪੀਲ ਕਰਦੇ ਹਾਂ ਕਿ ਵੀ ਜਿਹੜੇ ਆਈਡੀਜ਼ ਹੈ ਇਹ ਪਿੱਛੇ ਕੁਝ ਸਮੇਂ ਦੇ ਵਿੱਚ ਇਸਤੇਮਾਲ ਹੋਏ ਹੈ ਅਲੱਗ-ਅਲੱਗ ਥਾਵਾਂ 'ਤੇ। ਹਾਲੇ ਤੱਕ ਬਹੁਤ ਜ਼ਿਆਦਾ ਇਹਦੇ ਵਿੱਚੋਂ ਨੁਕਸਾਨ ਨਹੀਂ ਹੋਇਆ, ਪਰ ਜਿੱਥੇ ਵੀ ਕहीं ਇਸ ਤਰੀਕੇ ਦੀ ਕੋਈ ਚੀਜ਼ ਅਗਰ ਦਿਸਦੀ ਹੈ ਤੇ ਉਹਨਾਂ ਨੂੰ ਬਹੁਤ ਸਤਰਕ ਰਹਿਣ ਦੀ ਲੋੜ ਹੈ। ਔਰ ਜਿਹੜਾ ਅਗਰ ਕੋਈ ਅਬੈਂਡਨਡ ਚੀਜ਼ ਮਿਲਦੀ ਹੈ, ਖਾਸ ਤੌਰ ਸੇ ਟਿਫਿਨ ਬਾਕਸਿਸ ਵਗੈਰਾ ਜਾਂ ਜਿਹੜੇ ਕੋਈ ਵੀ ਐਸੀ ਕੋਈ ਵੀ ਬੈਗ ਹੋ, ਉਹਨੂੰ ਕਾਈਂਡਲੀ ਜਿਹੜਾ ਹੈ ਪੁਲਿਸ ਨੂੰ ਇਨਫੋਰਮ ਕਰਨ, ਉਹਦੇ ਨੇੜੇ ਜਾ ਕਰਕੇ ਕੋਈ ਛੇੜਛਾੜ ਨਾ ਕੀਤੀ ਜਾਵੇ ਤੇ ਉਹਦੇ ਤੋਂ ਕਲੀਅਰ ਰਿਹਾ ਜਾਵੇ। ਮਾਮਲਾ ਲੁਧਿਆਣਾ ਦੇ ਹਲਕਾ ਸਾਹਨੇਵਾਲ ਦੇ ਇਲਾਕਾ ਨੂਰਵਾਲ ਰੋਡ ਦਾ ਹੈ, ਜਿੱਥੇ ਇਲਾਕਾ ਨਿਵਾਸੀਆਂ ਵੱਲੋਂ ਟੁੱਟੀ ਹੋਈ ਸੜਕ ਬਣਾਉਣ ਲਈ ਦਾਨ ਪਾਤਰ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਲਾਕੇ ਦੀ ਸੜਕ ਪਿਛਲੇ 20 ਸਾਲਾਂ ਤੋਂ ਖਸਤਾ ਹਾਲਤ 'ਚ ਹੈ, ਜਿਸ ਕਾਰਨ ਵਾਹਨਾਂ ਨੂੰ ਨੁਕਸਾਨ ਵੀ ਹੁੰਦਾ ਹੈ ਤੇ ਹਾਦਸੇ ਵੀ ਵਾਪਰ ਜਾਂਦੇ ਨੇ। ਉਹਨਾਂ ਨੇ ਦੱਸਿਆ ਕਿ ਮੀਂਹ ਦੇ ਦਿਨਾਂ 'ਚ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਪਰ ਸਰਕਾਰ ਇਸ ਗੱਲ ਤੇ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ, ਜਿਸ ਦੇ ਰੋਸ ਵਜੋਂ ਅੱਜ ਇਹ ਧਰਨਾ ਕੀਤਾ ਗਿਆ। ਨੂਰ ਵਾਲਾ ਰੋਡ ਸਾਨੂੰ ਲਗਭਗ ਇੱਥੇ ਰਹਿੰਦਿਆਂ ਨੂੰ 15 ਤੋਂ 20 ਸਾਲ ਅਸੀਂ ਦੇਖ ਰਹੇ ਹਾਂ। 15-20 ਸਾਲਾਂ 'ਚ ਨੂਰ ਵਾਲਾ ਰੋਡ ਨਹੀਂ ਬਣਿਆ। ਸਾਰੀਆਂ ਸਰਕਾਰਾਂ ਨੂੰ ਸਮੇਂ-ਸਮੇਂ ਦੇ ਸੀਐਮ ਸਾਹਿਬ ਨੂੰ ਐਪਲੀਕੇਸ਼ਨਾਂ ਭੇਜੀਆਂ, ਸਮੇਂ-ਸਮੇਂ ਦੇ ਪੀਡਬਲਿਊਡੀ ਮਿਨਿਸਟਰਾਂ ਨੂੰ ਐਪਲੀਕੇਸ਼ਨਾਂ ਭੇਜੀਆਂ, ਲੇਕਿਨ ਕਿਸੇ ਨੇ ਸਾਡੇ ਰੋਡ ਦੀ ਸਾਰ ਨਹੀਂ ਲਈ। ਅਸੀਂ ਅੱਜ ਮਜਬੂਰ ਹੋ ਗਏ ਔਰ ਆ ਲੋਟੇ ਲੈ ਕੇ ਅਸੀਂ ਅੱਜ ਰੋਡ ਤੇ ਉਤਰੇ ਆਏ, ਲੋਕਾਂ ਕੋਲ ਚੰਦਾ ਮੰਗ ਰਹੇ ਹਾਂ ਰੋਡ ਦੇ ਲਈ ਤਾਂ ਜੋ ਰੋਡ ਬਣਾਇਆ ਜਾਵੇ। ਅਸੀਂ ਤੁਹਾਡੇ ਥਰੂ ਹਲੇ ਵੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਸਾਰ ਲਈ ਜਾਵੇ, ਸਾਡੀ ਕਲੋਨੀ ਨੂੰ ਦੇਖਿਆ ਜਾਵੇ। ਸਾਡਾ ਨੂਰ ਵਾਲਾ ਰੋਡ ਇਹ ਇਕੱਲੇ ਸਾਡੀ ਕਲੋਨੀ ਨੂੰ ਨਹੀਂ ਰਲਦਾ, ਇਹ ਅੱਗੇ ਲਗਭਗ 40 ਪਿੰਡਾਂ ਨੂੰ ਰਾਸਤਾ ਜਾਂਦਾ ਹੈ। ਸਿੱਧਾ ਰਾਹੋਂ ਰੋਡ ਨੂੰ ਵੀ ਰਾਸਤਾ ਨਿਕਲਦਾ, ਸਿੱਧਾ ਲਾਡੂਵਾਲ ਨੂੰ ਵੀ ਰਾਸਤਾ ਨਿਕਲਦਾ ਹੈ। ਇਹ ਸਾਡਾ ਰੋਡ ਬਣਾਇਆ ਜਾਵੇ, ਤੁਹਾਡੇ ਥਰੂ ਇਹੀ ਅਪੀਲ ਕਰਨੀ ਚਾਹੁੰਦੇ ਹਾਂ। ਸਾਨੂੰ ਬਹੁਤ ਦਿੱਕਤ ਹੁੰਦੀ ਆ, ਰੋਡ ਟੁੱਟੇ ਹੋਏ ਨੇ, ਐਕਟਿਵਾ ਕਈ ਵਾਰ ਜੰਪ ਕਰਕੇ ਬੰਦਾ ਡਿੱਗ ਵੀ ਜਾਂਦਾ ਨੀਚੇ। ਇਹ ਸਰਕਾਰ ਨੂੰ ਚਾਹੀਦਾ ਕਿ ਰੋਡ ਬਣਾਉਣਾ ਚਾਹੀਦਾ। ਅੱਜ ਨੌਜਵਾਨ ਖੜੇ ਨੇ ਸੜਕਾਂ ਦੇ ਉੱਤੇ, ਸੜਕ ਬਣਾਉਣ ਨੂੰ ਲੈ ਕੇ ਦਾਨ ਪੱਤਰ ਲਗਾਏ ਨੇ, ਕੀ ਕਹਿਣਾ ਚਾਹੁੰਦੇ ਇਹਨਾਂ ਬਾਰੇ? ਕਿ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਰੋਡ ਬਣਾਉਣੇ ਚਾਹੀਦੇ ਨੇ। ਕੀ ਇਹ ਸਰਕਾਰਾਂ ਦਾ ਕੰਮ ਹੈ? ਹਾਂਜੀ, ਸਰਕਾਰਾਂ ਦਾ ਹੀ ਹੈ। ਪੰਜਾਬ 'ਚ ਕਣਕ ਦਾ ਉਤਪਾਦਨ ਘਟਣ ਨਾਲ ਸੂਬੇ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ। ਉੱਥੇ ਹੀ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਮੰਡੀ ਵਿਖੇ ਆੜ੍ਹਤੀਆਂ ਤੇ ਕਿਸਾਨਾਂ ਨੂੰ ਅਰਬਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਇਸ ਘਾਟੇ ਦਾ ਪੂਰਾ ਕਰਨ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਗਈ ਹੈ। ਉਧਰ ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਹੈ ਕਿ ਇਸ ਵਾਰ ਝਾੜ ਘਟਣ ਕਰਕੇ ਪੂਰੇ ਸੂਬੇ ਅੰਦਰ ਵੱਡਾ ਨੁਕਸਾਨ ਹੋਇਆ। ਇਸ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਨੂੰ ਪੰਜਾਬ ਨੂੰ ਪੈਕੇਜ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਪੈਕੇਜ ਨਾ ਦਿੱਤਾ ਗਿਆ ਤਾਂ ਹੋ ਸਕਦਾ ਹੈ ਆਰਥਿਕ ਤੰਗੀ ਕਰਕੇ ਕਿਸਾਨ ਅਗਲੀ ਫਸਲ ਵੀ ਨਾ ਲਾ ਸਕਣ। ਅਸੀਂ ਐਡਵਾਂਸ ਕਰਦੇ ਹਾਂ ਆੜ੍ਹਤੀਏ, ਉਹ ਰੁਕ ਚੁੱਕਿਆ ਜੀ। ਸਾਡੇ ਕੋਲ ਪੈਸਾ ਨਹੀਂ, ਕਿਉਂਕਿ ਜੇ ਪੈਸਾ ਸਾਡੇ ਕੋਲ ਜ਼ਿਮੀਂਦਾਰਾਂ ਦਾ ਰੱਟਾ ਆਉਂਦਾ, ਵਾਪਸ ਆਉਂਦਾ, ਤਾਂ ਹੀ ਅਸੀਂ ਅੱਗੇ ਉਹਨਾਂ ਨੂੰ ਐਡਵਾਂਸ ਦਿੰਦੇ ਖਰਚਣ ਕਰਨ ਵਾਸਤੇ। ਹੁਣ ਇਸ ਟਾਈਮ ਤਕਰੀਬਨ ਖੰਨਾ ਮੰਡੀ ਦੇ ਵਿੱਚੋਂ 70-80 ਕਰੋੜ ਰੁਪਈਆ ਘਟ ਚੁੱਕਿਆ ਤੇ ਉਹਦਾ ਇਫੈਕਟ ਤਾਂ ਹੋਣਾ ਹੀ ਹੈ ਜੀ ਸਾਰੇ। ਕੀ ਕਾਰਨ ਮੰਨਦੇ ਇਸ ਘਾਟੇ ਦੇ ਜੀ? ਘਾਟੇ ਦਾ ਕਾਰਨ ਹੈ ਜੀ, ਦੇਖੋ ਆਪਣੇ ਕਣਕ ਘੱਟ ਹੋਈ ਆ, ਉਤਪਾਦਨ ਘੱਟ ਆ, ਮੌਸਮ ਦੀ ਮਾਰ ਹੋਈ ਆ ਜੀ, ਐਟਮੋਸਫੀਅਰ ਕਰਕੇ ਸਾਰਾ। ਪਹਿਲਾਂ ਮੀਂਹ ਪੈ ਗਏ, ਹੁਣ ਇੱਕਦਮ ਗਰਮੀ ਪੈ ਗਈ,
ਉਹਦਾ ਕਰਕੇ ਕਾਰਡ ਤਕਰੀਬਨ 30% ਘੱਟ ਹੋਇਆ। ਉਸ ਕਰਕੇ ਸਾਰਾ ਮਾਰਕੀਟ ਦੇ ਵਿੱਚ ਮੈਂ ਤਾਂ ਕਹਿੰਦਾ ਵੀ ਸਾਨੂੰ ਪੰਜਾਬ ਸਰਕਾਰ ਨੂੰ ਨਹੀਂ ਕੋਸਣਾ ਚਾਹੀਦਾ। ਪੰਜਾਬ ਤੇ ਜੋ ਕਰਜ਼ਾ ਚੜ੍ਹਿਆ ਅਨਨੈਸੈਸਰੀ ਦੇਖਿਆ ਨਹੀਂ ਪਹਿਲਾਂ, ਉਹਦਾ ਇਫੈਕਟ ਤਾਂ ਪਹਿਲਾਂ ਹੀ ਆ ਪੰਜਾਬ ਤੇ। ਇਸ ਕਰਕੇ ਇਹਦਾ ਤਾਂ ਜ਼ਿੰਮੇਵਾਰੀ ਮੈਂ ਤਾਂ ਕਹਿੰਦਾ ਸੈਂਟਰ ਸਰਕਾਰ ਆ। ਸੈਂਟਰ ਸਰਕਾਰ ਨੂੰ ਚਾਹੀਦਾ ਪੰਜਾਬ ਨੂੰ ਇੱਕ ਸਪੈਸ਼ਲ ਪੈਕੇਜ ਦੇਵੇ, ਕਿਉਂਕਿ ਪਹਿਲਾਂ ਵੀ ਸਰਕਾਰਾਂ ਨੇ ਜਦੋਂ ਇਦਾਂ ਦੀ ਕੋਈ ਪ੍ਰੋਬਲਮ ਆਉਂਦੀ ਸੀ ਤਾਂ ਪੈਕੇਜ ਦਿੰਦੀਆਂ ਰਹੀਆਂ ਨੇ। ਪੰਜਾਬ ਨੇ ਬੜੀਆਂ ਮਾਰਾਂ ਝੱਲੀਆਂ ਨੇ। ਦੇਖੋ ਪੰਜਾਬ ਨੇ ਚਾਹੇ ਮਾਰਾਂ ਝੱਲਣ ਤੋਂ ਬਾਅਦ ਵੀ ਦੇਸ਼ ਦਾ ਤੇ ਢਿੱਡ ਨਾਲ ਅੰਨ ਨਾਲ ਢਿੱਡ ਭਰਿਆ। ਤੋ ਸੈਂਟਰ ਸਰਕਾਰ ਨੂੰ ਚਾਹੀਦਾ ਵੀ ਵੱਧ ਤੋਂ ਵੱਧ ਸੈਂਟਰ ਸਰਕਾਰ ਸਹਾਇਤਾ ਕਰੇ ਪੰਜਾਬ ਦੀ, ਤਾਂ ਕਿ ਪੰਜਾਬ ਅੱਗੇ ਤਰੱਕੀ ਦੀਆਂ ਰਾਹਾਂ ਤੇ ਤੁਰ ਸਕੇ। ਇਸ ਸਾਲ ਕਣਕ ਦੀ 8,15,000 ਕੁਇੰਟਲ ਦੇ ਕਰੀਬ ਆਮਦ ਹੋਈ ਹੈ ਖੰਨਾ ਮੰਡੀ ਦੇ ਵਿੱਚ, ਜਿਹਦੇ ਵਿੱਚੋਂ 5,03,000 ਕੁਇੰਟਲ ਦੇ ਕਰੀਬ ਪ੍ਰਾਈਵੇਟ ਪਰਚੇਜ਼ ਫਲੋਰ ਮਿੱਲਾਂ ਨੇ ਕੀਤੀ ਹੈ। 3,12,000 ਕੁਇੰਟਲ ਦੇ ਕਰੀਬ ਗੌਰਮੈਂਟ ਦੀ ਪਰਚੇਜ਼ ਹੋਈ ਹੈ। ਸਰਕਾਰੀ ਟੀਚਾ ਕਿੰਨਾ ਸੀਗਾ ਕਣਕ ਖਰੀਦਣ ਦਾ? ਸਰਕਾਰੀ ਟੀਚਾ ਤਾਂ ਜਿਵੇਂ ਪਿਛਲੇ ਸਾਲ 11,40,45,000 ਕੁਇੰਟਲ ਆਈ ਸੀ ਕਣਕ, ਇਸ ਵਾਰ ਫਸਲ ਦਾ ਝਾੜ ਘਟਣ ਨਾਲ 30 ਤੋਂ 35% ਵੈਸੇ ਹੀ ਝਾੜ ਘਟਿਆ ਤੇ ਉਹਦੇ ਨਾਲ ਅਰਾਈਵਲ ਸਾਡੀ ਜਿਹੜੀ ਘਟੀ ਹੈ। ਤੇ ਰੈਵਨਿਊ ਦਾ ਕਿੰਨਾ ਡਿਫਰੈਂਸ ਪਿਆ ਪਿਛਲੇ ਸਾਲ ਨਾਲੋਂ ਇਸ ਵਾਰ? ਰੈਵਨਿਊ ਦਾ ਜੀ ਪਿਛਲੇ ਸਾਲ ਨਾਲੋਂ 30% ਦੇ ਕਰੀਬ ਫਰਕ ਪੈਣਾ। ਤੁਹਾਨੂੰ ਲੱਗਦਾ ਨਹੀਂ ਵੀ ਇਸ ਦੇ ਨਾਲ ਮੰਡੀ ਦੀ ਡਿਵੈਲਪਮੈਂਟ ਜਾਂ ਹੋਰ ਪਿੰਡਾਂ ਦੇ ਵਿਕਾਸ ਦੇ ਵਿੱਚ ਫਰਕ ਹੋਏਗਾ? ਇਹ ਤਾਂ ਨੈਚੁਰਲੀ ਹੈ, ਜਦੋਂ ਰੈਵਨਿਊ ਵਧੇਗਾ ਤਾਂ ਵਿਕਾਸ ਵਧੇਗਾ ਹੀ, ਪਰ ਫਿਰ ਵੀ ਸਾਡੀ ਤਾਂ ਕੋਸ਼ਿਸ਼ ਇਹ ਹੋਊਗੀ ਵੀ ਜਿਹੜੀ ਵਿਕਾਸ ਦੀ ਲੜੀ ਚੱਲਦੀ ਹੈ ਇਹ ਕੰਟੀਨਿਊ ਚੱਲਦੀ ਰਹੇ। ਲੁਧਿਆਣਾ ਦੇ ਚੌੜਾ ਬਾਜ਼ਾਰ ਨਜ਼ਦੀਕ ਪਿੰਡੀ ਗਲੀ 'ਚ ਇੱਕ ਮੈਡੀਕਲ ਦੀ ਦੁਕਾਨ ਤੇ ਲੱਖਾਂ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਦੁਕਾਨ ਤੇ ਕੰਮ ਕਰਨ ਵਾਲੇ ਇੱਕ ਕਰਮਚਾਰੀ ਵੱਲੋਂ ਇਹ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੁਕਾਨ ਮਾਲਕ ਨੇ ਦੱਸਿਆ ਸੀ ਕਿ ਕਰਮਚਾਰੀ ਨੂੰ ਕੁਝ ਦਿਨ ਪਹਿਲਾਂ ਹੀ ਕੰਮ ਤੇ ਰੱਖਿਆ ਗਿਆ ਸੀ ਤੇ ਉਸ ਵੱਲੋਂ ਕੁਝ ਦਿਨ ਤੱਕ ਪਛਾਣ ਪੱਤਰ ਦੇਣ ਦੀ ਗੱਲ ਕਹੀ ਜਾ ਰਹੀ ਸੀ, ਪਰ ਉਸ ਵੱਲੋਂ 10 ਦਿਨਾਂ ਦੇ ਅੰਦਰ ਹੀ ਦੁਕਾਨ ਦੀ ਨਕਲੀ ਚਾਬੀ ਬਣਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਜਿਸ ਕਾਰਨ ਉਹਨਾਂ ਨੂੰ ਲੱਖਾਂ ਦਾ ਨੁਕਸਾਨ ਹੋ ਗਿਆ। ਉਧਰ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤੜਕਸਾਰ ਹੀ ਕਰਮਚਾਰੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੁਕਾਨ ਮਾਲਕ ਦੇ ਬਿਆਨਾਂ ਦੇ ਆਧਾਰ ਤੇ ਤਫਤੀਸ਼ ਜਾਰੀ ਹੈ। ਮੁੰਡਾ ਰੱਖਿਆ ਜੀ ਆਪਣਾ ਹਫਤੇ 10 ਦਿਨ ਪਹਿਲਾਂ ਜੀ, ਤੇ ਇਸ ਕਰਕੇ ਲੇਬਰ ਦਾ ਪੇਟੀ ਪੁੱਟੀ ਢੋਣ ਨੂੰ ਗੋਦਾਮ ਦੇ ਵਿੱਚ ਮਾਲ ਰੱਖਣ ਰੱਖਿਆ ਜੀ, ਤੇ ਉਹ ਥੋੜੇ ਦਿਨ ਰਿਹਾ, ਉਹਨੇ ਚਾਬੇ ਚੁਬੇ ਬਣਾ ਕੇ ਅਸੀਂ ਅੱਜ ਸਵੇਰੇ ਆਏ ਦੇਖਿਆ ਦੁਕਾਨ ਦੇ ਤਾਲੇ ਖੁੱਲੇ ਹੋਏ ਆ। ਤੇ ਕੱਲ ਸ਼ਾਮੀ ਐਤਵਾਰ ਛੁੱਟੀ ਹੁੰਦੀ ਹੈ, 7 ਵਜੇ ਆ ਕੇ ਦੁਕਾਨ ਦੇ ਤਾਲੇ ਖੋਲ ਕੇ 2,60,000 ਰੁਪਏ ਕੈਸ਼ ਤੇ ਹੋਰ ਕਾਰਡ ਵਗੈਰਾ ਪਏ ਸੀ ਗੱਲੇ 'ਚੋਂ, ਸਾਰਾ ਸਮਾਨ ਕੱਢ ਲਿਆ ਜੀ। ਤੇ ਸਰ ਇਹ ਤਾਲੇ ਕਿੱਦਾਂ ਉਹਦੇ ਹੱਥ ਚੜ ਗਏ, ਜਿੱਦਾਂ ਤਾਲੇ ਤੁਸੀਂ ਲਾ ਕੇ ਚਾਬੀ ਨਾਲ ਲੈ ਜਾਂਦੇ ਹੋ? ਹਾਂਜੀ। ਤੇ ਚਾਬੀ ਕਿੱਦਾਂ ਡੁਪਲੀਕੇਟ? ਚਾਬੀ ਇੱਦਾਂ ਜੀ ਬੈਗ 'ਚ ਚਾਬੀ ਹੁੰਦੀ ਹੈ, ਅੰਦਰ ਲੰਚ ਬਾਕਸ ਜਿਹੜਾ ਹੁੰਦਾ ਬੈਗ ਹੁੰਦਾ ਉਹਦੇ ਵਿੱਚ ਹੀ ਹੁੰਦੀ ਹੈ। ਹੁਣ ਜਿੱਦਾਂ ਮੰਨ ਲਓ ਗਾਹਕ ਆ ਕੇ ਬੰਦਾ ਉੱਧਰ ਬਿਜ਼ੀ ਹੋ ਗਿਆ, ਹੁਣ ਪਤਾ ਨਹੀਂ ਲੱਗਿਆ ਕਿਹੜੇ ਟਾਈਮ ਉਹਨੇ ਚਾਬੀਆਂ ਕੱਢ ਲਈਆਂ। ਤੇ ਉਹਦੀ ਚਾਬੀ ਡੁਪਲੀਕੇਟ ਬਣਵਾ ਲਈ? ਹਾਂਜੀ, ਉਹਦੀ ਡੁਪਲੀਕੇਟ ਬਣਵਾ ਲਈ ਜੀ। ਤੇ ਕਿੰਨਾ ਕੈਸ਼ ਸੀ ਭਾਈ? ਕੈਸ਼ 2,60,000 ਰੁਪਏ। 2,60,000 ਰੁਪਏ। ਪਛਾਣ ਉਹਦੀ? ਪਹਿਚਾਣ ਮਯੰਕ ਸਿੰਘ ਨਾਮ ਹੀ ਹੈ ਜੀ, ਬਸ ਉਹਦਾ ਮਯੰਕ ਸਿੰਘ ਨਾਮ ਹੈ ਜੀ ਉਹਦਾ। ਦਵਾਈਆਂ ਵੀ ਲੈ ਗਏ? ਫੋਟੋ ਹੈਗੀ? ਹਾਂਜੀ, ਉਹਦੀ ਫੋਟੋ ਹੈਗੀ ਹੈ ਜੀ। ਤੇ ਸਰ ਹਾਂਜੀ, ਪਿੰਡੀ ਸਟਰੀਟ ਚੋਰੀ ਹੋਈ ਹੈ ਰਾਤ ਦੀ। ਹਾਂਜੀ, ਵੈਰੀਫਾਈ ਕਰਕੇ ਜਿਸ ਤਰ੍ਹਾਂ ਦੀ ਹੋਈ ਕਾਰਵਾਈ ਕਰ ਰਹੇ ਹਾਂ। ਕਿੰਨੇ ਵਜੇ ਦੀ ਗੱਲ ਹੈ ਸ਼ਾਮ ਦੀ? ਇਹ ਕੱਲ 7 ਵਜੇ ਦੀ ਗੱਲ ਆ। 7 ਵਜੇ ਦੀ ਗੱਲ ਹੈ? ਹਾਂਜੀ। ਤੇ ਸਰ ਕੋਈ ਸਵੇਰ ਚੋਰੀ ਕਰਕੇ ਬੰਦਾ ਗਿਆ ਤੇ ਇਹਨਾਂ ਕੋਈ ਮਾਲਕਾਂ ਨੇ ਇਹਨਾਂ ਕੋਈ ਐਡਰੈਸ ਕੋਈ ਨਹੀਂ ਹੈਗਾ ਵੀ ਬੰਦਾ ਕਿੱਥੋਂ ਰੱਖਿਆ, ਕਿਹਦਾ ਕੀ, ਉਹਦਾ ਕੋਈ ਪਤਾ ਹੀ ਨਹੀਂ ਵੀ ਕੌਣ ਹੈ ਕਿੱਥੇ ਦਾ। ਕਿੰਨੇ ਦਿਨ ਪਹਿਲਾਂ ਰੱਖਿਆ ਸੀ ਬੰਦਾ? ਹਫ਼ਤਾ 10 ਨਹੀਂ ਹੋਇਆ। ਤੇ ਸਰ ਇਹਨਾਂ ਕੋਈ ਡਾਕੂਮੈਂਟ, ਕੋਈ ਆਧਾਰ ਕਾਰਡ ਵਗੈਰਾ ਉਹਦਾ ਕੋਈ ਨਹੀਂ ਲਿਆ? ਕੋਈ ਨਹੀਂ ਲਿਆ। ਕੁਝ ਨਹੀਂ ਲਿਆ ਜੀ? ਅਸੀਂ ਵੈਰੀਫਾਈ ਕਰ ਰਹੇ, ਮੈਂ ਉਹਦਾ ਮੋਬਾਈਲ ਨੰਬਰ ਤੋਂ ਉਹਦਾ ਐਡਰੈਸ ਕਢਵਾ ਰਿਹਾ ਤੇ ਕਿਹਦੇ ਨਾਲ ਗੱਲਾਂ ਕਰ ਰਹਾ। ਆਪਣਾ ਸੀ ਨੂੰ ਮੈਂ ਲਿਖ ਕੇ ਭੇਜਿਆ ਤੇ ਜਦੋਂ ਐਡਰੈਸ ਆ ਜਾਊਗਾ ਕੱਲ ਨੂੰ ਤੇ ਜਿਸ ਤਰ੍ਹਾਂ ਵੈਰੀਫਾਈ ਕਰਕੇ ਕਾਰਵਾਈ ਕਰਾਂਗੇ। ਕਿੰਨੇ ਦੀ ਲੱਗੇ ਚੋਰੀ ਦੱਸ ਰਹੇ ਨੇ? 2,60,000। ਲੁਧਿਆਣਾ ਦੇ ਕਿਰਪਾਲ ਨਗਰ ਵਿਖੇ ਬੀਤੀ ਰਾਤ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਇੱਕ ਧਾਗਾ ਫੈਕਟਰੀ ਦੀ 3ਜੀ ਮੰਜ਼ਿਲ ਤੇ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਸੂਚਨਾ ਮਿਲਣ ਤੇ ਤੁਰੰਤ ਫਾਇਰ ਬ੍ਰਿਗੇਡ ਦੀਆਂ ਤਕਰੀਬਨ 12 ਤੋਂ 13 ਗੱਡੀਆਂ ਪਹੁੰਚੀਆਂ ਤੇ ਅੱਗ ਤੋਂ ਕਾਬੂ ਪਾਇਆ ਗਿਆ। ਮੌਕੇ ਤੇ ਬੋਲਦਿਆਂ ਕਿਰਪਾਲ ਨਗਰ ਦੇ ਕੱਪੜਾ ਮਾਰਕੀਟ ਦੇ ਪ੍ਰਧਾਨ ਨੇ ਕਿਹਾ ਕਿ ਅੱਗ ਬੇहद ਭਿਆਨਕ ਸੀ, ਜਿਸ ਨੂੰ 3 ਘੰਟੇ ਬਾਅਦ ਵੀ ਬੁਝਾਇਆ ਨਹੀਂ ਜਾ ਸਕਿਆ। ਉਹਨਾਂ ਕਿਹਾ ਕਿ ਸਰਕਾਰ ਨੂੰ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਪੂਰਾ ਸਮਾਨ ਮੁਹੱਈਆ ਕਰਵਾਉਣਾ ਚਾਹੀਦਾ ਹੈ ਤਾਂ ਜੋ ਜਲਦ ਤੋਂ ਜਲਦ ਅੱਗ ਤੇ ਕਾਬੂ ਪਾਇਆ ਜਾ ਸਕੇ। ਪੌਣੇ 10 ਵਜੇ ਦੇ ਕਰੀਬ ਅੱਗ ਲੱਗੀ ਹੈ, ਜਿਸ ਦਾ ਕਾਰਨ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ।
ਵੀ ਅੱਗ ਕਿਸ ਤਰ੍ਹਾਂ ਲੱਗੀ ਹੈ। ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਪੂਰਾ ਮੁਹੱਲਾ, ਪੂਰਾ ਪੁਲਿਸ ਡਿਪਾਰਟਮੈਂਟ, ਪੂਰਾ ਫਾਇਰ ਬ੍ਰਿਗੇਡ ਦਾ ਡਿਪਾਰਟਮੈਂਟ, ਪੂਰੀ ਕਲੋਥ ਮਾਰਕੀਟ ਐਸੋਸੀਏਸ਼ਨ ਦੇ ਮੈਂਬਰ, ਅਸੀਂ ਸਾਰੇ ਇੱਥੇ ਖੜੇ ਹਾਂ। ਔਰ ਬੜੇ ਦੁੱਖ ਦੀ ਗੱਲ ਹੈ ਕਿ ਅੱਗ ਹਾਲੇ ਤੱਕ ਜਿਹੜੀ ਹੈ ਪ੍ਰੋਪਰ ਸਹੀ ਤਰੀਕੇ ਨਾਲ ਬੁਝ ਨਹੀਂ ਪਾਈ। ਅਸੀਂ ਪੁਲਿਸ ਡਿਪਾਰਟਮੈਂਟ ਦਾ ਵੀ, ਫਾਇਰ ਬ੍ਰਿਗੇਡ ਦਾ ਵੀ, ਮੁਹੱਲਾ ਨਿਵਾਸੀਆਂ ਦਾ ਵੀ, ਐਸੋਸੀਏਸ਼ਨ ਦੇ ਮੈਂਬਰਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹ ਸਾਰੇ ਇਸ ਦੁੱਖ ਦੇ ਮੌਕੇ 'ਤੇ ਉਹਨਾਂ ਦੇ ਨਾਲ ਖੜੇ ਹਨ। ਲੇਕਿਨ ਹਾਲੇ ਤੱਕ ਅੱਗ ਦੇ ਕਾਰਨ ਦਾ ਪਤਾ ਨਹੀਂ ਲੱਗ ਚੱਲਿਆ। ਹਰ ਬੰਦਾ ਆਪਣੇ ਤਰੀਕੇ ਨਾਲ ਪੂਰੀ ਤਾਕਤ ਲਗਾ ਰਿਹਾ, ਪੂਰਾ ਜ਼ੋਰ ਲਗਾ ਰਿਹਾ। ਫਾਇਰ ਬ੍ਰਿਗੇਡ ਵਾਲੇ ਦੀਵਾਰਾਂ ਤੋੜ ਕੇ, ਕੰਧਾਂ ਤੋੜ ਕੇ, ਸ਼ਟਰ ਤੋੜ ਕੇ ਅੰਦਰ ਤੱਕ ਜਾ ਚੁੱਕੇ ਹਨ। ਇਹ 9:54 ਤੇ ਅੱਗ ਲੱਗੀ ਆ। ਉਸੇ ਵੇਲੇ ਮੈਂ ਕਾਲ ਕੀਤੀ ਆ, 7-8 ਮਿੰਟ ਦੇ ਹੱਦ 9 ਮਿੰਟ ਦੇ ਵਿੱਚ ਫਾਇਰ ਬ੍ਰਿਗੇਡ ਆ ਗਈ ਸੀ ਜੀ। ਇਹ ਸਾਡੇ ਏਸੀ ਗੁਪਤਾ ਜੀ ਆ, ਵਿਵੇਕ ਗੁਪਤਾ ਜੀ ਆ, ਹੀਰਾਬਾਈ ਗਰੁੱਪ, ਉਹਨਾਂ ਦਾ ਕੱਪੜੇ ਦਾ ਕੰਮ ਆ, ਨਾਲ ਰੀਲਾਂ ਦਾ ਕੰਮ ਆ। 3ਜੀ ਮੰਜ਼ਿਲ ਤੇ ਅੱਗ ਲੱਗੀ ਆ ਵਿੱਚ। ਤਕਰੀਬਨ 10 ਤੋਂ 12 ਗੱਡੀਆਂ ਆ ਚੁੱਕੀਆਂ ਨੇ, ਪਰ ਅੱਗ ਤੇ ਅਜੇ ਪੂਰਾ ਕਾਬੂ ਨਹੀਂ ਪਾਇਆ ਜਾ ਰਿਹਾ। ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ, ਡੀਸੀ ਸਾਹਿਬ, ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹਾਂਗਾ, ਸਾਡੇ ਫਾਇਰ ਬ੍ਰਿਗੇਡ ਦੇ ਬੰਦੇ ਬਹੁਤ ਅੱਛੇ ਨੇ, ਇਹਨਾਂ ਨੂੰ ਇੰਸਟਰੂਮੈਂਟ ਪੂਰੇ ਦਿਓ। ਕਿਸੇ ਵਿਚਾਰੇ ਕੋਲ ਪੌੜੀ ਨਹੀਂ, ਕਿਸੇ ਕੋਲ ਪਾਈਪ ਦਾ ਸਿਸਟਮ ਨਹੀਂ, ਕਿਸੇ ਕੋਲ ਟਾਰਚ ਦਾ ਸਿਸਟਮ ਨਹੀਂ। ਮੈਂ ਅਫਸਰਾਂ ਨੂੰ ਬੇਨਤੀ ਕਰਦਾ, ਡੀਸੀ ਸਾਹਿਬ ਨੂੰ, ਇਹਨਾਂ ਨੂੰ ਪੂਰੇ ਸਾਧਨ ਮੁਹੱਈਆ ਕਰਾਏ ਜਾਣ। ਲੁਧਿਆਣਾ ਵਾਸੀਆਂ ਲਈ ਅਹਿਮ ਜਾਣਕਾਰੀ। 12 ਮਈ ਨੂੰ ਜ਼ਰੂਰੀ ਰੱਖ ਰਖਾਅ ਦੇ ਚੱਲਦਿਆਂ 11 kV ਫੀਡਰਸ ਲੁਧਿਆਣਾ ਬੰਦ ਰਹੇਗਾ, ਜਿਸ ਕਾਰਨ ਸ਼ਹਿਰ ਦੇ ਕਈ ਥਾਵਾਂ ਤੇ ਬਿਜਲੀ ਦਾ ਲੰਬਾ ਕੱਟ ਲੱਗੇਗਾ। ਦੱਸ ਦਈਏ ਕਿ ਅਮਨ ਵਿਹਾਰ, ਜਸੀਆ ਰੋਡ, ਬੋਪਾ ਰਾਏ ਮਾਰਕੀਟ, ਗੁਰਨਾਮ ਨਗਰ, ਭਟਿਆ ਏਰੀਆ ਨਜ਼ਦੀਕ HDFC ਬੈਂਕ ਵਿਖੇ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਕੱਟ ਲੱਗ ਸਕਦਾ ਹੈ। ਜਨਕਪੁਰੀ, ਕਦਵਈ ਨਗਰ, ਨਿਊ ਕਦਵਈ ਨਗਰ, ਤਾਜਗੰਜ, ਬਾਬਾ ਧੰਨ ਸਿੰਘ ਚੌਂਕ, ਸੂਫੀਆ ਚੌਂਕ, ਆਪੋਜ਼ਿਟ ਜਨਕਪੁਰੀ ਪੁਲਿਸ ਸਟੇਸ਼ਨ, ਟਰਾਂਸਪੋਰਟ ਚੌਂਕ ਦੇ ਨਜ਼ਦੀਕ ਇਲਾਕਿਆਂ 'ਚ 9 ਤੋਂ 4 ਕੱਟ ਲੱਗ ਸਕਦਾ ਹੈ। ਫ੍ਰੀ ਬਰਡਸ ਕਲੱਬ ਵੱਲੋਂ 10 ਮਈ ਨੂੰ ਗਲੀ ਹਾਊਸ ਵਿਖੇ ਮਾਂ ਦਿਵਸ ਮਨਾਇਆ ਗਿਆ। ਇਸ ਸਮਾਗਮ ਦੀ ਵਿਸ਼ੇਸ਼ਤਾ 3 ਪੀੜ੍ਹੀਆਂ ਦੀ ਮੌਜੂਦਗੀ ਸੀ, ਜਿਸ ਵਿੱਚ ਉਹਨਾਂ ਨੇ ਮਾਡਲਿੰਗ, ਡਾਂਸ, ਤੰਬੋਲਾ ਵਰਗੀਆਂ ਕਈ ਗਤੀਵਿਧੀਆਂ ਕੀਤੀਆਂ। ਮਾਵਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਨਾਟਕ ਖੇਡਿਆ ਗਿਆ। ਸਮਾਗਮ ਵਿੱਚ 3 ਪੀੜ੍ਹੀਆਂ ਦੀ ਮਾਡਲਿੰਗ ਸੀ, ਜਿਸ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਸਭ ਤੋਂ ਸੀਨੀਅਰ ਦਾ ਤਾਜ ਸੀ। ਸਮਾਗਮ ਵਿੱਚ ਬੇਲਤਾ ਵਿਰਨੋ ਤੋਂ ਤਰਨ ਕਾਲੜਾ ਅਤੇ ਬਾਵਾ ਲਾਈਟਸ ਤੋਂ ਮੋਨਾ ਬੇਦੀ ਨੇ ਅਹਿਮ ਭੂਮਿਕਾ ਨਿਭਾਈ। मैम ने फ्री बर्ड्स क्लब ने इत्थे मदर्स डे सैलीब्रेट किया। नॉर्मली आई डोंट कम, मैं मैंबर हाँ इत्थे दी, बट आई डोंट गेट टाइम टू कम, लेकिन आज उन्होंने मैंने स्पेशली इनवाइट किया और मैंने आके रियली आई गॉट सो इमोशनल। इत्थे जनरेशन वॉक हुई है जिथे डॉटर्स ने अपनी मदर्स और अपने चिल्ड्रन नाल वॉक की है। आफ्टर सीइंग ऑल दिस आई गॉट ओवरवेलम्ड एंड बहुत ज़्यादा अच्छा लग्या। जिथे अजकल असी अपने पेरेंट्स नू टाइम नहीं देंदे, कुछ लोग तो उन्होंने सीनियर सिटीजन होम तक छोड़ आते हैं। अज देख के अच्छा लग्या कि नॉट ओनली मदर्स डे बट ईच एंड एवरी डे शुड बी अ डे विच शुड बी सेलिब्रेटेड एटलीस्ट फॉर फ्यू आवर्स और हाफ एन आवर और 1 आवर कि असी अपने पेरेंट्स नाल वी शुड स्पेंड सम टाइम। जो कि फ्री बर्ड्स क्लब ने यहाँ पे फंक्शन अरेंज किया है फॉर मदर्स डे स्पेशली। तो यहाँ पे आए हमने तो इतना इन्जॉय किया, लाइक गेम्स, फूड एंड वेन्यू वगैरह सब कुछ इतना अच्छा है, होस्ट इतना अच्छा है, उन्होंने तो बहुत ही इन्जॉय करवाया। और आज मैं अपनी मम्मा के साथ आई हूँ, ये मेरी मम्मा है और ये मेरी मदर इन लॉ है, दोनों ही बैकबोन ऑफ द फैमिलीज़ हैं। तो मतलब जैसे ऐसे के फंक्शंस होते रहने चाहिए, जैसे टू नो, ताकि हम अपना बॉन्ड स्ट्रॉन्ग और कर सकें और ऐसे मतलब प्यार बनाए रखें हम आपस में। लोगों को क्या मैसेज देंगे? मैसेज ये देना चाहेंगे कि दोनों मदर्स होती हैं, मतलब जैसे देखने का नज़रिया होता है। तो मतलब जैसे ये इन्होंने मुझे जन्म दिया, शी गेव मी लाइफ एंड शी गेव मी हर लाइफ, तो दोनों मेरे लिए इक्वली रिस्पैक्टेड मदर्स हैं मेरे लिए। C3 जनरेशन वॉक कराई है जिहदे च मदर इन लॉ, मदर्स एंड डॉटर्स, बच्चे सारे ने मिलके एक रैंप वॉक की है। बहुत सारिया गेम्स हुई हैं एंड इंस्पायर किया गया अपने मदर पेरेंट्स नू, एक कहते ना विरध आश्रम तो दूर करने वास्ते उन्होंने भी इंजॉय कराइए, उन्होंने भी लाइफ च असीं की कर रहे हैं उन्होंने पता होना चाहिए। एंड बहुत इंजॉय किया मदर्स इन लॉ, मदर्स ने बहुत एक माहौल बनया होया सी, इमोशनल माहौल सी अज।
ਜਿਹਦੇ 'ਚ ਬਹੁਤ ਅੱਛੀਆਂ ਗੇਮਸ ਵੀ ਖੇਡੀਆਂ ਗਈਆਂ ਐਂਡ ਕਰਾਊਨਿੰਗ ਵੀ ਹੋਈ ਹੈ ਐਂਡ ਮਦਰਸ ਨੂੰ ਆਨਰ ਵੀ ਕੀਤਾ ਗਿਆ ਹੈ। ਬਿਲਕੁਲ ਇੱਦਾਂ ਦੇ ਫੰਕਸ਼ਨਸ ਹੋਣੇ ਚਾਹੀਦੇ ਤਾਂ ਕਿ ਪੇਰੈਂਟਸ ਜਦੋਂ ਬੱਚੇ ਨੂੰ ਪਤਾ ਲੱਗਦਾ ਹੈ ਕਿ ਪੇਰੈਂਟਸ ਨੂੰ ਕਿ ਬੱਚੇ ਕਿੰਨਾ ਰਿਗਾਰਡ ਕਰਦੇ, ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਔਰ ਦੂਜੀ ਜਨਰੇਸ਼ਨ ਨੂੰ ਇੱਕ ਲੈਸਨ ਵੀ ਮਿਲਦਾ ਹੈ ਕਿ ਹਮੇਸ਼ਾ ਆਪਣੀ ਮਦਰ ਐਂਡ ਮਦਰ ਇਨ ਲਾਅ ਵਗੈਰਾ ਨੂੰ ਨਾਲ ਹੀ ਰੱਖਣਾ ਚਾਹੀਦਾ। ਇਹ ਨਹੀਂ ਕਿ ਅਸੀਂ ਇਕੱਲੇ ਪਾਰਟੀਜ਼ ਕਰ ਲਈਆਂ, ਇੰਜੋਏ ਕਰ ਲਿਆ, ਉਹ ਵੀ ਸਾਡੇ ਨਾਲ ਹੀ, ਅਸੀਂ ਉਹਨਾਂ ਦੀ ਰੂਟਸ ਨਾਲ ਜੁੜੇ ਹੋਏ ਹਾਂ। ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਤੇ। ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਅਧਿਆਪਕਾਂ ਨਾਲ ਹੋਈ ਮੀਟਿੰਗ। ਸਿੱਖਿਆ ਢਾਂਚੇ 'ਚ ਹੋਰ ਸੁਧਾਰ ਸੰਬੰਧੀ ਕੀਤੀ ਗਈ ਚਰਚਾ। ਅਧਿਆਪਕਾਂ ਤੋਂ ਸਿੱਖਿਆ ਢਾਂਚੇ ਵਿੱਚ ਸੁਧਾਰ ਕਰਨ ਲਈ ਮੰਗੇ ਗਏ ਸੁਝਾਅ। ਮੋਹਾਲੀ ਬਲਾਸਟ ਤੋਂ ਬਾਅਦ ਹਾਈ ਅਲਰਟ ਤੇ ਹੈ ਲੁਧਿਆਣਾ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵਧਾਈ ਗਈ ਹੈ ਸੁਰੱਖਿਆ। ਰੇਲਵੇ ਸਟੇਸ਼ਨ, ਬੱਸ ਸਟੈਂਡ ਸਣੇ ਜਨਤਕ ਥਾਵਾਂ ਦੀ ਕੀਤੀ ਜਾ ਰਹੀ ਹੈ ਚੈਕਿੰਗ। ਦਵਾਈਆਂ ਦੇ ਦੁਕਾਨ ਤੇ ਹੋਈ ਲੱਖਾਂ ਦੀ ਚੋਰੀ। ਚੌੜਾ ਬਾਜ਼ਾਰ ਨਜ਼ਦੀਕ ਪਿੰਡੀਵਾਲੀ ਦਾ ਹੈ ਮਾਮਲਾ। ਦੁਕਾਨ ਦੇ ਕਰਮਚਾਰੀ ਨੇ ਹੀ ਨਕਲੀ ਚਾਬੀ ਬਣਾ ਘਟਨਾ ਨੂੰ ਦਿੱਤਾ ਅੰਜਾਮ। ਲੁਧਿਆਣਾ ਦੇ ਨੂਰਵਾਲਾ ਰੋਡ ਇਲਾਕੇ ਦੇ ਲੋਕ ਟੁੱਟੀ ਸੜਕਾਂ ਤੋਂ ਨੇ ਪਰੇਸ਼ਾਨ। ਲੋਕਾਂ ਨੇ ਦਾਨ ਪਾਤਰ ਰੱਖ ਕੀਤਾ ਅਨੋਖਾ ਪ੍ਰਦਰਸ਼ਨ। ਕਿਹਾ ਸਰਕਾਰ ਨਹੀਂ ਦੇ ਰਹੀ ਧਿਆਨ, ਖੁਦ ਫੰਡ ਇਕੱਠੇ ਕਰ ਬਣਾਵਣਗੇ ਸੜਕ। ਫ੍ਰੀ ਬਰਡ ਕਲੱਬ ਵੱਲੋਂ ਮਨਾਇਆ ਗਿਆ ਮਾਂ ਦਿਵਸ। ਸਮਾਗਮ 'ਚ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ। ਮਾਵਾਂ ਨੂੰ ਸਮਰਪਿਤ ਖੇਡਿਆ ਗਿਆ ਨਾਟਕ। ਫਿਲਹਾਲ ਲੁਧਿਆਣਾ ਖਬਰਨਾਮਾ ਵਿੱਚ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।